ਸੋ ਅਸੀਂ ਸ਼ੁਰੂ ਕਰ ਰਹੇ ਹਾਂ ਪਾਠ ਨੰਬਰ 14 ਸ਼੍ਰੀ ਕ੍ਰਿਸ਼ਨ ਅਵਤਾਰ। ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਕਿਵੇਂ ਹੋਇਆ। ਕੰਸ ਜੋ ਸ਼੍ਰੀ ਕ੍ਰਿਸ਼ਨ ਦਾ ਮਾਮਾ ਸੀ, ਉਸ ਨੇ ਕ੍ਰਿਸ਼ਨ ਜੀ ਨੂੰ ਮਰਵਾਉਣ ਦੇ ਬਹੁਤ ਯਤਨ ਕੀਤੇ। ਅੰਤ ਸ਼੍ਰੀ ਕ੍ਰਿਸ਼ਨ ਜੀ ਨੇ ਵੱਡੇ ਹੋ ਕੇ ਕੰਸ ਨੂੰ ਮਾਰ ਕੇ ਬੁਰਾਈ ਦਾ ਅੰਤ ਕੀਤਾ। ਬਹੁਤ ਪੁਰਾਣੀ ਗੱਲ ਹੈ, ਮਥੁਰਾ ਵਿੱਚ ਉਗਰਸੈਨ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸ ਦਾ ਇੱਕ ਪੁੱਤਰ ਸੀ ਕੰਸ। ਸੋ ਮਥੁਰਾ ਦੇ ਵਿੱਚ ਉਗਰਸੈਨ ਨਾਂ ਦਾ ਰਾਜਾ ਰਾਜ ਕਰਦਾ ਸੀ, ਜਿਸ ਦਾ ਇੱਕ ਪੁੱਤਰ ਸੀ, ਉਸ ਦਾ ਨਾਂ ਸੀ ਕੰਸ। ਜਿਉਂ ਹੀ ਕੰਸ ਵੱਡਾ ਹੋਇਆ, ਉਹ ਬਹੁਤ ਜ਼ਾਲਮ ਹੁੰਦਾ ਗਿਆ। ਜ਼ਾਲਮ ਦਾ ਮਤਲਬ ਹੈ ਅਤਿਆਚਾਰੀ, ਦੂਸਰਿਆਂ ਦੇ ਨਾਲ ਬੁਰਾ ਕਰਨ ਵਾਲਾ। ਉਸ ਨੇ ਆਪਣੇ ਬਾਪ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਆਪ ਖੁਦ ਮਥੁਰਾ ਦਾ ਰਾਜਾ ਬਣ ਬੈਠਾ। ਸੋ ਬੱਚਿਓ, ਕੰਸ ਇੰਨਾ ਜ਼ਿਆਦਾ ਜ਼ਾਲਮ ਸੀ ਕਿ ਉਸਨੇ ਖੁਦ ਆਪਣੇ ਪਿਤਾ ਨੂੰ, ਆਪਣੇ ਬਾਪ ਨੂੰ ਹੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਆਪ ਉਹ ਮਥੁਰਾ ਦਾ ਰਾਜਾ ਬਣ ਬੈਠਾ। ਕੰਸ ਦੀ ਇੱਕ ਚਚੇਰੀ ਭੈਣ ਸੀ ਦੇਵਕੀ। ਚਚੇਰੀ ਦਾ ਮਤਲਬ ਹੁੰਦਾ ਹੈ ਚਾਚੇ ਦੀ ਕੁੜੀ। ਉਸਦੇ ਚਾਚੇ ਦੀ ਕੁੜੀ ਸੀ, ਜਿਸ ਦਾ ਨਾਂ ਸੀ ਦੇਵਕੀ। ਕੰਸ ਨੇ ਬੜੇ ਚਾਵਾਂ ਨਾਲ ਦੇਵਕੀ ਦਾ ਵਿਆਹ ਵਾਸੁਦੇਵ ਜੀ ਨਾਲ ਕਰ ਦਿੱਤਾ। ਚਾਵਾਂ ਦਾ ਮਤਲਬ ਹੈ ਬੜੀਆਂ ਖੁਸ਼ੀਆਂ ਨਾਲ, ਬੜੀਆਂ ਰੀਝਾਂ ਨਾਲ। ਸੋ ਕੰਸ ਨੇ ਦੇਵਕੀ ਦਾ ਵਿਆਹ ਵਾਸੁਦੇਵ ਜੀ ਨਾਲ ਕਰ ਦਿੱਤਾ। ਉਹ ਖੁਦ ਆਪਣੀ ਭੈਣ ਨੂੰ ਵਿਦਾ ਕਰਨ ਲਈ ਅੱਗੇ ਵਧਿਆ। ਵਿਦਾ ਕਰਨ ਦਾ ਮਤਲਬ ਹੁੰਦਾ ਹੈ ਤੋਰਨਾ। ਉਸ ਨੂੰ ਘਰੋਂ ਭੇਜਣ ਲਈ ਉਹ ਆਪ ਅੱਗੇ ਆਇਆ। ਹਾਲੇ ਭੈਣ ਦੀ ਵਿਦਾਇਗੀ ਹੋ ਹੀ ਰਹੀ ਸੀ ਕਿ ਇੱਕ ਆਕਾਸ਼ਵਾਣੀ ਹੋਈ। ਸੋ ਉਹਦੀ ਭੈਣ ਹਜੇ ਉੱਥੋਂ ਜਾ ਹੀ ਰਹੀ ਸੀ ਕਿ ਉਸੇ ਵੇਲੇ ਇੱਕ ਆਕਾਸ਼ਵਾਣੀ ਹੋਈ। ਆਕਾਸ਼ਵਾਣੀ ਦਾ ਮਤਲਬ ਹੈ ਅਸਮਾਨ ਤੋਂ ਇੱਕ ਆਵਾਜ਼ ਆਈ, ਐ ਕੰਸ, ਜਿਸ ਦੇਵਕੀ ਨੂੰ ਤੂੰ ਇੰਨੇ ਚਾਵਾਂ ਨਾਲ ਵਿਦਾ ਕਰ ਰਿਹਾ ਹੈ, ਇਸ ਦਾ 8ਵਾਂ ਪੁੱਤਰ ਤੇਰਾ ਕਾਲ ਬਣ ਕੇ ਆਵੇਗਾ। ਸੋ ਆਕਾਸ਼ਵਾਣੀ ਨੇ ਕੀ ਕਿਹਾ ਕਿ ਜਿਸ ਦੇਵਕੀ ਨੂੰ ਤੂੰ ਇੰਨੇ ਚਾਵਾਂ ਨਾਲ, ਖੁਸ਼ੀਆਂ ਨਾਲ ਵਿਦਾ ਕਰ ਰਿਹਾ ਹੈ, ਇਸ ਦਾ 8ਵਾਂ ਪੁੱਤਰ ਜਿਹੜਾ ਹੈ ਉਹ ਤੇਰਾ ਕਾਲ ਯਾਨੀ ਬੁਰਾ ਸਮਾਂ, ਤੇਰੇ ਲਈ ਬੁਰਾ ਸਮਾਂ ਬਣ ਕੇ ਆਏਗਾ। ਆਕਾਸ਼ਵਾਣੀ ਸੁਣ ਕੇ ਕੰਸ ਉੱਥੇ ਹੀ ਰੁਕ ਗਿਆ। ਸੋ ਕੰਸ ਰੁਕ ਗਿਆ। ਉਸ ਨੇ ਆਪਣੀ ਮਿਆਨ ਵਿੱਚੋਂ ਤਲਵਾਰ ਖਿੱਚ ਲਈ। ਮਿਆਨ ਹੁੰਦਾ ਹੈ ਜਿਸ ਦੇ ਅੰਦਰ ਅਸੀਂ ਤਲਵਾਰ ਨੂੰ ਸੰਭਾਲ ਕੇ ਰੱਖਦੇ ਹਾਂ। ਉਹ ਆਪਣੀ ਭੈਣ ਨੂੰ ਮਾਰਨ ਲੱਗਾ ਤਾਂ ਵਾਸੁਦੇਵ ਜੀ ਅੱਗੇ ਆ ਗਏ। ਉਹ ਬੋਲੇ, ਐ ਕੰਸ, ਤੈਨੂੰ ਦੇਵਕੀ ਦੇ 8ਵੇਂ ਪੁੱਤਰ ਤੋਂ ਭੈ ਹੈ। ਭੈ ਮੀਨਸ ਡਰ। ਵਾਸੁਦੇਵ ਜੀ ਨੇ ਕਿਹਾ ਕਿ ਤੈਨੂੰ ਦੇਵਕੀ ਦੇ 8ਵੇਂ ਪੁੱਤਰ ਤੋਂ ਡਰ ਲੱਗਦਾ ਹੈ। ਦੇਵਕੀ ਨੇ ਤੇਰਾ ਕੀ ਵਿਗਾੜਿਆ ਹੈ? ਦੇਵਕੀ ਨੇ ਤੇਰਾ ਕੁਝ ਨਹੀਂ ਵਿਗਾੜਿਆ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਵਾਅਦਾ ਕਰਨਾ, ਪ੍ਰੋਮਿਸ ਕਰਨਾ, ਵਾਅਦਾ ਕਰਦਾ ਹਾਂ ਕਿ 8ਵਾਂ ਪੁੱਤਰ ਤੈਨੂੰ ਸੌਂਪ ਦੇਵਾਂਗਾ। ਸੋ ਵਾਸੁਦੇਵ ਜੀ ਕਹਿੰਦੇ ਹੈ ਕਿ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣਾ 8ਵਾਂ ਪੁੱਤਰ ਤੈਨੂੰ ਦੇ ਦੇਵਾਂਗਾ। ਸੌਂਪ ਦੇਵਾਂਗਾ ਮਤਲਬ ਦੇ ਦੇਵਾਂਗਾ। ਤੂੰ ਹੁਣ ਦੇਵਕੀ ਨੂੰ ਛੱਡ ਦੇ। ਸੋ ਵਾਸੁਦੇਵ ਜੀ ਨੇ ਪ੍ਰਾਰਥਨਾ ਕੀਤੀ ਕਿ ਤੂੰ ਇਸ ਵੇਲੇ ਦੇਵਕੀ ਨੂੰ ਓਨੀ ਦੇਰ ਤੁਹਾਨੂੰ ਮੇਰੀ ਕੈਦ ਵਿੱਚ ਰਹਿਣਾ ਪਵੇਗਾ। ਮੈਂ ਕਿਸੇ ਵੀ ਕਿਸਮ ਦਾ ਖਤਰਾ ਮੁੱਲ ਨਹੀਂ ਲੈ ਸਕਦਾ। ਕੰਸ ਗਰਜਿਆ। ਗਰਜਿਆ ਦਾ ਇੱਥੇ ਮਤਲਬ ਹੈ ਕਿ ਉਹ ਜ਼ੋਰ ਦੀ ਬੋਲਿਆ ਕਿ ਓਨੀ ਦੇਰ ਤੱਕ ਫਿਰ ਤੁਹਾਨੂੰ ਮੇਰੀ ਕੈਦ ਵਿੱਚ ਰਹਿਣਾ ਪਏਗਾ। ਮੈਂ ਕੋਈ ਖਤਰਾ ਮੁੱਲ ਨਹੀਂ ਲੈ ਸਕਦਾ। ਵਾਸੁਦੇਵ ਜੀ ਬੋਲੇ, ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਉਹ ਉਹਨਾਂ ਦੀ ਗੱਲ ਮੰਨ ਗਏ। ਕੰਸ ਨੇ ਉਸੇ ਵੇਲੇ ਦੇਵਕੀ ਅਤੇ ਵਾਸੁਦੇਵ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਦੇਵਕੀ ਦੇ ਪਹਿਲਾ ਬੱਚਾ ਹੋਇਆ। ਕੰਸ ਨੇ ਮਾਰ ਦਿੱਤਾ। ਸੋ ਉਸੇ ਟਾਈਮ ਉਹਨੇ ਦੇਵਕੀ ਅਤੇ ਵਾਸੁਦੇਵ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਫਿਰ ਉਹਨਾਂ ਦਾ ਜਿਹੜਾ ਪਹਿਲਾ ਬੱਚਾ ਹੋਇਆ, ਉਸ ਨੂੰ ਕੰਸ ਨੇ ਮਾਰ ਦਿੱਤਾ।
ਇੱਕ ਇੱਕ ਕਰਕੇ 7 ਬੱਚੇ ਦੇਵਕੀ ਦੇ ਹੋਏ, ਸੱਤੋਂ ਹੀ ਕੰਸ ਨੇ ਮਰਵਾ ਦਿੱਤੇ। ਸੋ ਇੱਕ ਇੱਕ ਕਰਕੇ ਉਹਨਾਂ ਦੇ ਘਰ 7 ਪੁੱਤਰ ਹੋਏ, ਲੇਕਿਨ ਸੱਤੋਂ ਹੀ ਕੰਸ ਨੇ ਮਰਵਾ ਦਿੱਤੇ। 8ਵੇਂ ਪੁੱਤਰ ਦੇ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਪੈਦਾ ਹੋਏ। ਸੋ ਦੇਵਕੀ ਅਤੇ ਵਾਸੂਦੇਵ ਦੇ 8ਵੇਂ ਪੁੱਤਰ ਦੇ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਪੈਦਾ ਹੋਏ। ਉਸ ਵੇਲੇ ਇੱਕ ਆਕਾਸ਼ਵਾਣੀ ਹੋਈ। ਸੋ ਉਸ ਵੇਲੇ ਫਿਰ ਆਕਾਸ਼ ਤੋਂ ਆਵਾਜ਼ ਆਈ, ਐ ਵਾਸੂਦੇਵ, ਤੁਸੀਂ ਇਸ 8ਵੇਂ ਬਾਲਕ ਨੂੰ ਲੈ ਕੇ ਗੋਕੁਲ ਚਲੇ ਜਾਵੋ। ਸੋ ਆਕਾਸ਼ਵਾਣੀ ਤੋਂ ਆਵਾਜ਼ ਆਈ ਕਿ ਵਾਸੂਦੇਵ ਜੀ, ਤੁਸੀਂ ਇਸ ਬਾਲਕ ਨੂੰ ਲੈ ਕੇ ਗੋਕੁਲ ਚਲੇ ਜਾਵੋ ਤੇ ਇਸ ਨੂੰ ਬਾਬਾ ਨੰਦ ਤੇ ਮਾਤਾ ਯਸ਼ੋਦਾ ਜੀ ਨੂੰ ਸੌਂਪ ਆਵੋ। ਤੇ ਇਸ ਬੱਚੇ ਨੂੰ ਤੁਸੀਂ ਬਾਬਾ ਨੰਦ ਅਤੇ ਮਾਤਾ ਯਸ਼ੋਦਾ ਜੀ ਨੂੰ ਸੌਂਪ ਆਓ, ਮਤਲਬ ਦੇ ਆਓ। ਉਹਨਾਂ ਦੀ ਕੰਨਿਆ ਨੂੰ ਲੈ ਆਓ ਤੇ ਕੰਸ ਨੂੰ ਦੇ ਦੇਵੋ। ਕੰਨਿਆ ਮੀਨਸ ਪੁੱਤਰੀ, ਉਹਨਾਂ ਦੀ ਪੁੱਤਰੀ ਨੂੰ ਤੁਸੀਂ ਲੈ ਆਓ ਤੇ ਲਿਆ ਕੇ ਕੰਸ ਨੂੰ ਦੇ ਦਿਓ। ਉਹ ਹਨੇਰੀ ਰਾਤ ਸੀ, ਬੜੇ ਜ਼ੋਰ ਦਾ ਮੀਂਹ ਹਨੇਰੀ ਤੂਫਾਨ ਚੱਲ ਰਿਹਾ ਸੀ। ਸੋ ਉਹ ਰਾਤ ਜਿਹੜੀ ਸੀ ਉਹ ਬਹੁਤ ਹੀ ਤੂਫਾਨੀ ਰਾਤ ਸੀ। ਮੀਂਹ ਹਨੇਰੀ ਅਤੇ ਤੂਫਾਨ ਚੱਲ ਰਿਹਾ ਸੀ। ਵਾਸੂਦੇਵ ਜੀ ਸ੍ਰੀ ਕ੍ਰਿਸ਼ਨ ਜੀ ਨੂੰ ਲੈ ਕੇ ਗੋਕੁਲ ਪਹੁੰਚ ਗਏ। ਉਹਨਾਂ ਨੇ ਕ੍ਰਿਸ਼ਨ ਜੀ ਨੂੰ ਯਸ਼ੋਦਾ ਮਾਤਾ ਦੇ ਨਾਲ ਲਿਟਾ ਦਿੱਤਾ। ਸੋ ਵਾਸੂਦੇਵ ਜੀ ਨੇ ਕ੍ਰਿਸ਼ਨ ਜੀ ਨੂੰ ਮਾਤਾ ਜੀ ਦੇ ਨਾਲ ਲਿਟਾ ਦਿੱਤਾ ਤੇ ਉਹਨਾਂ ਦੀ ਬੱਚੀ ਨੂੰ ਲੈ ਆਏ। ਉਹਨਾਂ ਦੀ ਬੱਚੀ ਨੂੰ ਚੁੱਕ ਕੇ ਉਹ ਲੈ ਆਏ। ਜਦੋਂ ਉਹ ਜੇਲ੍ਹ ਵਿੱਚ ਪਹੁੰਚੇ ਤਾਂ ਸਾਰੇ ਦਰਵਾਜ਼ੇ ਆਪਣੇ ਆਪ ਬੰਦ ਹੋ ਗਏ। ਸੋ ਜਦੋਂ ਉਹ ਜੇਲ੍ਹ ਵਿੱਚ ਆਏ ਤਾਂ ਸਾਰੇ ਦਰਵਾਜ਼ੇ ਜਿਹੜੇ ਸੀ ਉਹ ਆਪਣੇ ਆਪ ਬੰਦ ਹੋ ਗਏ। ਜਿਉਂ ਹੀ ਬੱਚੀ ਨੇ ਰੋਣ ਦੀ ਆਵਾਜ਼ ਕੱਢੀ, ਕੰਸ ਆ ਧਮਕਿਆ। ਆ ਧਮਕਿਆ ਮੀਨਸ ਫਟਾਫਟ ਕੰਸ ਆ ਗਿਆ। ਉਸ ਨੇ ਬੱਚੀ ਨੂੰ ਚੁੱਕਿਆ ਤੇ ਆਪਣੇ ਦਰਬਾਰ ਵਿੱਚ ਲੈ ਆਇਆ। ਕੰਸ ਨੇ ਉਸ ਛੋਟੀ ਜਿਹੀ ਬੱਚੀ ਨੂੰ ਚੁੱਕਿਆ ਤੇ ਆਪਣੇ ਦਰਬਾਰ ਵਿੱਚ ਲੈ ਆਇਆ। ਜਿਉਂ ਹੀ ਉਸਨੇ ਬੱਚੀ ਨੂੰ ਪੱਥਰ ਤੇ ਮਾਰਨਾ ਚਾਹਿਆ, ਉਸ ਦੇ ਹੱਥ ਵਿੱਚੋਂ ਛੁੱਟ ਕੇ ਆਕਾਸ਼ ਵਿੱਚ ਚਲੀ ਗਈ। ਸੋ ਕੰਸ ਨੇ ਜਿਉਂ ਹੀ ਉਸ ਛੋਟੀ ਜਿਹੀ ਬੱਚੀ ਨੂੰ ਪੱਥਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਬੱਚੀ ਉਸ ਦੇ ਹੱਥ ਵਿੱਚੋਂ ਛੁੱਟ ਕੇ ਆਕਾਸ਼ ਵਿੱਚ ਚਲੀ ਗਈ। ਉਸੇ ਵੇਲੇ ਇੱਕ ਆਕਾਸ਼ਵਾਣੀ ਹੋਈ। ਸੋ ਫਿਰ ਆਕਾਸ਼ ਤੋਂ ਇੱਕ ਆਵਾਜ਼ ਆਈ, ਮੂਰਖ ਕੰਸ, ਤੈਨੂੰ ਮਾਰਨ ਵਾਲਾ ਗੋਕੁਲ ਵਿੱਚ ਪੈਦਾ ਹੋ ਚੁੱਕਾ ਹੈ। ਸੋ ਉਸ ਆਕਾਸ਼ਵਾਣੀ ਨੇ ਕਿਹਾ ਕਿ ਤੈਨੂੰ ਮਾਰਨ ਵਾਲਾ ਤੇ ਗੋਕੁਲ ਵਿੱਚ ਪੈਦਾ ਹੋ ਚੁੱਕਾ ਹੈ। ਉਹੀ ਤੇਰਾ ਕਾਲ ਹੈ, ਮਤਲਬ ਉਹੀ ਤੇਰਾ ਬੁਰਾ ਸਮਾਂ ਹੈ। ਤੂੰ ਹੁਣ ਨਹੀਂ ਬਚ ਸਕਦਾ। ਸੋ ਆਕਾਸ਼ਵਾਣੀ ਨੇ ਕੰਸ ਨੂੰ ਕਿਹਾ ਕਿ ਹੁਣ ਤੂੰ ਨਹੀਂ ਬਚ ਸਕਦਾ। ਕੰਸ ਨੇ ਬਾਲ ਰੂਪ ਸ੍ਰੀ ਕ੍ਰਿਸ਼ਨ ਜੀ ਨੂੰ ਮਾਰਨ ਦੇ ਬਹੁਤ ਯਤਨ ਕੀਤੇ। ਯਤਨ ਮੀਨਸ ਬਹੁਤ ਸਾਰੇ ਉਪਰਾਲੇ ਕੀਤੇ, ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਅਸਫਲ ਰਿਹਾ। ਅਸਫਲ ਕਾਮਯਾਬ, ਉਹ ਕਾਮਯਾਬ ਨਹੀਂ ਹੋ ਪਾਇਆ। ਜਦੋਂ ਕ੍ਰਿਸ਼ਨ ਜੀ ਵੱਡੇ ਹੋਏ, ਉਹਨਾਂ ਨੇ ਮਥੁਰਾ ਜਾ ਕੇ ਉਸ ਦੇ ਦਰਬਾਰ ਵਿੱਚ ਹੀ ਕੰਸ ਨੂੰ ਮਾਰਿਆ। ਜਦੋਂ ਕ੍ਰਿਸ਼ਨ ਜੀ ਫਿਰ ਵੱਡੇ ਹੋਏ ਤੇ ਫਿਰ ਉਹਦੇ ਦਰਬਾਰ ਵਿੱਚ ਹੀ ਗਏ ਤੇ ਉਸ ਦੇ ਦਰਬਾਰ ਵਿੱਚ ਹੀ ਜਾ ਕੇ ਉਸ ਨੂੰ ਮਾਰ ਦਿੱਤਾ। ਇਸ ਤਰ੍ਹਾਂ ਉਹਨਾਂ ਨੇ ਪਾਪਾਂ ਦਾ ਅੰਤ ਕੀਤਾ। ਸੋ ਪਿਆਰੇ ਬੱਚਿਓ, ਇਹ ਸੀ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਕਹਾਣੀ। ਸੋ ਅੱਜ ਦੇ ਲਈ ਇੰਨਾ ਹੀ। ਧੰਨਵਾਦ।